श्री वाहिगुरु साहिब जी। दंडौत बंदन अनेक बार, सर्व कला समरथ। डोलन ते राखो प्रभु, नानक दे कर हथ। तेरे कवन कवन गुण कह गावा, तू साहिब गुणी निधाना। तुमरी महिमा बरन ना साखों, तो ठाकुर ऊच भगवाना। ज्ञान ध्यान किछ कर्म न जाना, सार न जाना तेरी। सब ते वड्डा सतगुरु नानक, जिन कल राखी मेरी। सतनाम श्री वाहिगुरु साहिब जीओ। सलोक महला दूजा। एह किने ही दात, आपस ते जो पाईऐ। नानक सा करमात, सायब तुठै जो मिलै। एह किने ही दात, आपस ते जो पाईऐ। नानक सा करमात, साहिब तुठै जो मिलै। महला दूजा। एक नहीं चाकरी, जित भाव खसम न जाए। नानक सेवक काढ़िए, जैसे ती खसम समाए। पौड़ी। नानक अंत ना जापने, हरता के पारावार। आप कराए साखती, फिर आप कराए मार। इक ना गली जंजीरियां, इक तुरी चढ़े बिस्यार। आप कराए करे आप, हों कैस्यों करी पुकार। नानक करना जिन किया, फिर तिस ही करनी सार। आप कराए करे आप, हों कैस्यों करी पुकार। नानक करना जिन किया, फिर तिस ही करनी सार। वाहिगुरु जी का खालसा, वाहिगुरु जी की फतेह। जुगो जुग अटल। धन धन सतगुरु श्री गुरु ग्रंथ साहिब महाराज जी की पावन हजूरी विच सुभाएमान। गुरु की साजी निवाजी साध संगत जीओ। सतगुरां दा कोटान कोट शुकराना करिए, जिन्हां ने बख्शिश करके अपने चरनां विच बैठण दा ये अवसर सानू दिता है। वड्डे भागां दे नाल सत्संगत दी प्राप्ति हुंदी है ਅਤੇ ਜਿਹੜੇ ਸੰਗਤ ਵਿੱਚ ਆਉਂਦੇ ਨੇ, ਗੁਰੂ ਦੀ ਗੱਲ ਸੁਣਦੇ ਨੇ, ਉਹਨਾਂ ਨੂੰ ਫਿਰ ਮੌਕਾ ਮਿਲਦਾ ਹੈ ਕਿ ਉਹ ਆਪਣੇ ਗੁਰੂ ਦੇ ਲੜ ਲੱਗ ਕੇ, ਗੁਰੂ ਦਾ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਸਵਾਰ ਸਕਣ। ਸਤਿਗੁਰਾਂ ਨੇ धन धन श्री गुरु नानक देव महाराज जी ने बख्शिश करके जो महान उपदेश प्यासा की वार दी बाणी भी सानू दिता है, जिसकी लड़ीवार विचार आप सरवण कर रहे हो पिछले काफ़ी समय तो। अज 23वीं पौड़ी ते उस तो पहलां दे जिहड़े 2 श्लोक ने उन्हां दा पाठ आपने सरवण कीता है। इस तो बाद एक पौड़ी होर रह जाती है,
ਜਿਸ ਦੀ ਵਿਚਾਰ ਅਗਲੇ ਹਫਤੇ ਸਤਿਗੁਰ ਕਿਰਪਾ ਕਰਨ ਆਪਾਂ ਕਰ ਸਕੀਏ ਅਤੇ ਆਸਾ ਕੀ ਵਾਰ ਦੀ ਇਸ ਲੜੀ ਦੀ ਸੰਪੂਰਨਤਾ ਹੋਵੇ। ਇਸ ਬਾਣੀ ਦੇ ਵਿੱਚ ਮਹਾਰਾਜ ਨੇ ਜਿੱਥੇ ਸੰਸਾਰ ਦੇ ਬਾਰੇ ਸਾਨੂੰ ਉਪਦੇਸ਼ ਦਿੱਤਾ ਹੈ, ਗਿਆਨ ਦਿੱਤਾ ਹੈ, ਜਿੱਥੇ ਉਸ ਅਕਾਲ ਪੁਰਖ ਦੀ ਉਪਮਾ ਕੀਤੀ ਹੈ, ਵਡਿਆਈ ਕੀਤੀ ਹੈ, ਉੱਥੇ ਅਸੀਂ ਕਿਵੇਂ ਆਪਣੇ ਜੀਵਨ ਨੂੰ ਨਿਰਮਲ ਬਣਾ ਸਕੀਏ, ਸੰਸਾਰ ਦੇ ਅਵਗੁਣਾਂ ਤੋਂ ਬਚ ਸਕੀਏ, ਕਿਵੇਂ ਗੁਰੂ ਦੀ ਤੇ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਸਕੀਏ, ਇਹ ਉਪਦੇਸ਼ ਵੀ ਮਹਾਰਾਜ ਨੇ ਸਾਨੂੰ ਦਿੱਤਾ ਹੈ। ਅਸਲ ਦੇ ਵਿੱਚ ਬਾਣੀ ਤੇ ਸਾਰੀ ਹੀ ਰੱਬੀ ਉਪਦੇਸ਼ ਹੈ, ਆਤਮਕ ਉਪਦੇਸ਼ ਹੈ। ਲੋੜ ਹੈ ਬਾਣੀ ਨੂੰ ਪੜ੍ਹ ਕੇ ਸਮਝਣ ਦੀ ਅਤੇ ਸਮਝ ਕੇ ਉਸ 'ਤੇ ਅਮਲ ਕਰਨ ਦੀ। ਜੇ ਅਸੀਂ ਇਹ ਕਰ ਲੈਂਦੇ ਹਾਂ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਮਹਾਰਾਜ ਕਹਿੰਦੇ ਨੇ ਫਿਰ ਤੁਸੀਂ ਐਸੇ ਤੀਰਥ ਵਿੱਚ ਇਸ਼ਨਾਨ ਕਰ ਲੈਂਦੇ ਹੋ ਜੇ ਸੁਣ ਕੇ ਮੰਨ ਕੇ ਬਾਣੀ ਨੂੰ ਮਨ ਵਿੱਚ ਵਸਾ ਲਿਆ, ਅਤੇ ਮਹਾਰਾਜ ਕਹਿੰਦੇ ਨੇ ਅੰਦਰ ਹੀ ਤੁਹਾਡਾ ਇਹੋ ਜਿਹਾ ਇਸ਼ਨਾਨ ਹੋ ਜਾਂਦਾ ਹੈ ਕਿ ਜਿੱਥੇ ਤੁਹਾਡਾ ਸਰੀਰ ਨਿਰਮਲ ਹੋ ਜਾਂਦਾ ਹੈ, ਉੱਥੇ ਤੁਹਾਡਾ ਮਨ ਵੀ ਨਿਰਮਲ ਹੋ ਜਾਂਦਾ ਹੈ। ਸੋ ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਇਹ ਰੱਬੀ ਗਿਆਨ ਸਾਨੂੰ ਦਿੱਤਾ ਹੈ। ਪਿਛਲੀ ਪੌੜੀ ਵਿੱਚ ਜਿੱਥੇ ਸਤਿਗੁਰਾਂ ਨੇ ਸਾਨੂੰ ਪੌੜੀ ਵਿੱਚ ਉਸ ਤੋਂ ਪਹਿਲਾਂ ਜਿਹੜੇ ਸ਼ਲੋਕ ਮਹਾਰਾਜ ਨੇ ਉਚਾਰਨ ਕੀਤੇ ਨੇ, ਉਹਨਾਂ ਵਿੱਚ ਮਹਾਰਾਜ ਨੇ ਇੱਕ ਨੌਕਰ ਦੀ ਅਤੇ ਮਾਲਕ ਦੀ, ਸੇਵਕ ਦੀ ਕਿਹੋ ਜਿਹਾ ਉਹਨਾਂ ਦਾ ਸੰਬੰਧ ਹੋਣਾ ਚਾਹੀਦਾ ਹੈ, ਉਸ ਦੇ ਬਾਰੇ ਸਾਨੂੰ ਉਪਦੇਸ਼ ਦਿੱਤਾ ਸੀ। ਜਿਹੜਾ ਸੇਵਕ ਆਪਣੇ ਮਾਲਕ ਦੀ ਚਿੱਤ ਲਾ ਕੇ ਸੇਵਾ ਕਰਦਾ ਹੈ, ਆਪਣੇ ਮਾਲਕ ਦੀ ਬਰਾਬਰੀ ਨਹੀਂ ਕਰਦਾ, ਮਹਾਰਾਜ ਕਹਿੰਦੇ ਨੇ ਕਿ ਮਾਲਿਕ ਫਿਰ ਉਸ 'ਤੇ ਪ੍ਰਸੰਨ ਹੋ ਜਾਂਦਾ ਹੈ ਅਤੇ ਇੱਕ ਸਮਾਂ ਇਹੋ ਜਿਹਾ ਆਉਂਦਾ ਹੈ ਕਿ ਮਾਲਿਕ ਉਸ ਨੂੰ ਆਪਣਾ ਰੂਪ ਹੀ ਬਣਾ ਦਿੰਦਾ ਹੈ। ਪਰ ਅਖੀਰ ਵਿੱਚ ਮਹਾਰਾਜ ਨੇ ਬਖਸ਼ਿਸ਼ ਕਰਕੇ ਇਹ ਵੀ ਉਪਦੇਸ਼ ਦਿੱਤਾ ਕਿ ਇਸ ਦੁਨੀਆ ਦੇ ਵਿੱਚ ਸਾਡਾ ਹੁਕਮ ਨਹੀਂ ਚੱਲਦਾ, ਉਸ ਅਕਾਲ ਪੁਰਖ ਦੇ ਅੱਗੇ ਸਾਡੀ ਕੋਈ ਪੇਸ਼ ਨਹੀਂ ਜਾ ਸਕਦੀ, ਉਸ ਦੇ ਅੱਗੇ ਤੇ ਬਸ ਅਰਦਾਸ ਕਰਨੀ ਹੀ ਬਣਦੀ ਹੈ। ਜੇ ਕੁਝ ਪ੍ਰਾਪਤ ਕਰਨਾ ਹੈ ਗੁਰੂ ਤੋਂ ਸੇਵਕ ਬਣ ਕੇ, ਜੇ ਕੁਝ ਪ੍ਰਾਪਤ ਕਰਨਾ ਹੈ ਅਕਾਲ ਪੁਰਖ ਤੋਂ ਉਸ ਦੇ ਜਨ ਬਣ ਕੇ, ਤੇ ਮਹਾਰਾਜ ਕਹਿੰਦੇ ਨੇ ਫਿਰ ਸਭ ਕੁਝ ਛੱਡ ਕੇ ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਤਾਂ ਕਿ ਆਪਣੇ ਸਾਡੇ ਉੱਤੇ ਉਸ ਦੀ ਕਿਰਪਾ ਹੋਵੇ, ਬਖਸ਼ਿਸ਼ ਹੋਵੇ ਅਤੇ ਉਸ ਦੀ ਨਾਮ ਦੀ ਦਾਤ ਸਾਨੂੰ ਪ੍ਰਾਪਤ ਹੋਵੇ। ਅੱਜ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਪਹਿਲੇ ਸ਼ਲੋਕ ਦੇ ਵਿੱਚ, ਇਸ ਦਾਤ ਦੇ ਵਾਸਤੇ ਹੀ ਆਖਿਆ ਹੈ। ਮਹਾਰਾਜ ਕਹਿੰਦੇ ਨੇ ਇਹ ਕਿਨੇਹੀ ਦਾਤ ਆਪਸ ਤੇ ਜੋ ਪਾਈ ਹੈ। ਕਿਨੇਹੀ ਦਾ ਅਰਥ ਹੈ ਕਿਹੋ ਜਿਹੀ। ਕਹਿੰਦੇ ਨੇ ਜੇ ਕੋਈ ਮਨੁੱਖ ਇਹ ਆਖੇ ਕਿ ਮੈਂ ਆਪਣੀ ਮਿਹਨਤ ਦੇ ਨਾਲ, ਆਪਣੀ ਕਾਲਨਾ ਦੇ ਨਾਲ ਕੁਝ ਪ੍ਰਾਪਤ ਕੀਤਾ ਹੈ, ਤੇ ਮਹਾਰਾਜ ਕਹਿੰਦੇ ਨੇ ਫਿਰ ਇਹ ਦਾਤ ਨਹੀਂ ਹੋ ਸਕਦੀ, ਇਹ ਉਸ ਦੀ ਬਖਸ਼ਿਸ਼ ਨਹੀਂ ਹੋ ਸਕਦੀ। ਇਹ ਤੁਹਾਡਾ ਹੰਕਾਰ ਤੇ ਹੋ ਸਕਦਾ ਹੈ ਪਰ ਉਸ ਦੀ ਬਖਸ਼ਿਸ਼ ਨਹੀਂ ਹੋ ਸਕਦੀ। ਬਖਸ਼ਿਸ਼ ਤੇ ਜਦੋਂ ਮਾਲਿਕ ਤਰੁੱਟ ਕੇ ਕਿਰਪਾ ਕਰਦਾ ਹੈ ਤਾਂ ਜਿਹੜੀ ਦਾਤ ਮਿਲਦੀ ਹੈ ਉਹ ਦਾਤ ਹੁੰਦੀ ਹੈ। ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਕਰਮਾਤ ਦਾ ਇੱਥੇ ਅਰਥ ਬਖਸ਼ਿਸ਼ ਹੀ ਹੈ। ਮਹਾਰਾਜ ਕਹਿੰਦੇ ਨੇ ਬਖਸ਼ਿਸ਼ ਤਾਂ ਉਹ ਹੈ, ਅਸਲ ਦਾਤ ਤਾਂ ਉਹ ਹੈ ਜਿਹੜੀ ਕਿ ਸਾਹਿਬ ਮਾਲਿਕ ਜਿਹੜਾ ਹੈ ਉਹ ਟੁੱਟ ਕੇ ਪ੍ਰਸੰਨ ਹੋ ਕੇ ਆਪਣੇ ਸੇਵਕ ਨੂੰ ਦਿੰਦਾ ਹੈ। ਅਸਲ ਦਾਤ ਉਹੀ ਹੈ। ਇਸ ਦੇ ਪਿੱਛੇ ਮਹਾਰਾਜ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਇਸ ਦਾ ਭਾਵ ਸਮਝਣਾ ਜ਼ਰੂਰੀ ਹੈ। ਕਈ ਵਾਰੀ ਮਨੁੱਖ ਧਰਮ ਦੇ ਮਾਰਗ ਦੇ ਉੱਤੇ ਵੀ
ਇਹ ਮਹਿਸੂਸ ਕਰਨਾ ਆਰੰਭ ਕਰ ਦਿੰਦਾ ਹੈ ਕਿ ਸ਼ਾਇਦ ਮੈਂ ਬਹੁਤ ਮਿਹਨਤ ਕਰ ਰਿਹਾ ਹਾਂ, ਬਹੁਤ ਖਾਲਨਾ ਘਾਲ ਰਿਹਾ ਹਾਂ। ਅਤੇ ਜੇ ਕਿਧਰੇ ਥੋੜ੍ਹੀ ਬਹੁਤ ਸਫਲਤਾ ਵੀ ਮਿਲਦੀ ਹੈ ਉਸ ਨੂੰ ਅਧਿਆਤਮ ਦੇ ਮਾਰਗ ਤੇ ਮਨ ਦੇ ਵਿੱਚ ਇਹ ਭਾਵ ਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਜਿਸ ਵੇਲੇ ਇਹ ਭਾਵ ਮਨ ਦੇ ਵਿੱਚ ਆ ਗਿਆ ਉਸ ਵੇਲੇ ਤੁਹਾਡੀ ਘਾਲਨਾ ਜਿਹੜੀ ਹੈ ਵਿਅਰਥ ਹੋ ਜਾਂਦੀ ਹੈ। ਫਿਰ ਉਹ ਦਾਤ ਨਹੀਂ ਰਹਿੰਦੀ, ਉਹ ਬਖਸ਼ਿਸ਼ ਨਹੀਂ ਰਹਿੰਦੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਕਿਰਪਾ ਕਰਕੇ ਇਸ ਸੰਸਾਰ ਨੂੰ ਤਾਰਿਆ, ਉਹਨਾਂ ਦੇ ਤੇ ਜੀਵਨ ਦਾ ਆਰੰਭ ਹੀ ਉੱਥੋਂ ਹੁੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਮਹਾਰਾਜ ਦਾ ਜਿਹੜਾ ਜੀਵਨ ਦੇ ਕੁਝ ਚੀਜ਼ਾਂ ਲਿਖੀਆਂ ਨੇ। ਆਰੰਭ ਦੇ ਵਿੱਚ ਹੀ ਭਾਈ ਸਾਹਿਬ ਨੇ ਕਿਹਾ ਹੈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸਭ ਤੋਂ ਪਹਿਲਾਂ ਆਪਣੀ ਜੀਵਨ ਯਾਤਰਾ ਜਦੋਂ ਆਰੰਭ ਕੀਤੀ ਸੰਸਾਰ ਦੇ ਕਲਿਆਣ ਵਾਸਤੇ, ਉਸ ਅਕਾਲ ਪੁਰਖ ਦੇ ਦਰ ਦੇ ਵਿੱਚ ਗਏ ਨੇ। ਭਾਈ ਸਾਹਿਬ ਕਹਿੰਦੇ ਨੇ ਪਹਿਲੇ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ। ਕਹਿੰਦੇ ਨੇ ਪਹਿਲਾਂ ਉੱਥੇ ਜਾ ਕੇ ਅਰਦਾਸ ਕੀਤੀ ਹੈ, ਉਸ ਦੀ ਬਖਸ਼ਿਸ਼ ਦੀ ਦਾਤ ਪ੍ਰਾਪਤ ਕੀਤੀ ਹੈ, ਫਿਰ ਉਹਨਾਂ ਨੇ ਘਾਲਨਾ ਘਾਲੀ ਹੈ। ਅਤੇ ਜੇ ਅਸੀਂ ਕਹੀਏ ਕਿ ਅਸੀਂ ਘਾਲਨਾ ਆਪਣੀ ਸ਼ਕਤੀ ਨਾਲ ਘਾਲ ਰਹੇ ਹਾਂ, ਆਪਣੇ ਉਦਮ ਨਾਲ ਘਾਲ ਰਹੇ ਹਾਂ, ਇਹ ਵੀ ਗੱਲ ਠੀਕ ਨਹੀਂ। ਜੇ ਅਸੀਂ ਕੁਝ ਕਰ ਰਹੇ ਹਾਂ ਪ੍ਰਯਤਨ, ਜੇ ਕੁਝ ਘਾਲਣ ਦਾ ਕੋਸ਼ਿਸ਼ ਕਰ ਰਹੇ ਹਾਂ, ਤੇ ਉਹ ਵੀ ਜੇ ਉਸ ਦੀ ਬਖਸ਼ਿਸ਼ ਹੈ ਤਾਂ ਹੀ ਕਰ ਰਹੇ ਹਾਂ। ਬਿਨਾਂ ਉਸ ਦੀ ਬਖਸ਼ਿਸ਼ ਦੇ ਕੁਝ ਹੁੰਦਾ ਹੀ ਨਹੀਂ। ਜੇ ਉਸ ਦੀ ਬਖਸ਼ਿਸ਼ ਹੈ, ਅੰਮ੍ਰਿਤ ਵੇਲੇ ਉੱਠ ਸਕਦੇ ਹਾਂ, ਨਾਮ ਜਪ ਸਕਦੇ ਹਾਂ। ਜੇ ਉਸ ਦੀ ਬਖਸ਼ਿਸ਼ ਹੈ, ਸੇਵਾ ਕਰ ਸਕਦੇ ਹਾਂ। ਜੇ ਉਸ ਦੀ ਬਖਸ਼ਿਸ਼ ਹੈ, ਗੁਰੂ ਦਰ 'ਤੇ ਆ ਸਕਦੇ ਹਾਂ। ਬਿਨਾਂ ਉਸ ਦੀ ਬਖਸ਼ਿਸ਼ ਦੇ ਤੇ ਕੁਝ ਵੀ ਨਹੀਂ। ਮਹਾਰਾਜ ਨੇ ਕਿਤਨੀ ਘਾਲਨਾ ਘਾਲੀ। ਭਾਈ ਸਾਹਿਬ ਕਹਿੰਦੇ ਨੇ ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਬੜੇ ਦੁੱਖ ਸਹਾਰੇ ਨੇ, ਕਿੱਥੇ ਕਿੱਥੇ ਮਹਾਰਾਜ ਨੇ ਯਾਤਰਾਵਾਂ ਕੀਤੀਆਂ ਨੇ, ਜੰਗਲਾਂ ਬਿਆਬਾਨਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਗਰਮੀ ਦੇ ਵਿੱਚ, ਸਰਦੀ ਦੇ ਵਿੱਚ, ਬਰਫ਼ ਦੇ ਵਿੱਚ। ਬੜੀ ਭਾਰੀ ਤਪੱਸਿਆ ਹੈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਿਆ। ਉਸ ਤਪੱਸਿਆ ਦੇ ਨਾਲ ਹੀ ਸਤਿਗੁਰੂ ਜਿਹੜੇ ਨੇ ਉਸ ਅਕਾਲ ਪੁਰਖ ਦੇ ਨਾਲ ਹੀ ਕਿਮਿਕ ਨੇ। ਫਿਰ ਭਾਈ ਸਾਹਿਬ ਕਹਿੰਦੇ ਨੇ ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਅਤੇ ਇਤਨੀ ਘਾਲਨਾ ਘਾਲ ਕੇ ਵੀ ਮਹਾਰਾਜ ਨੇ ਫਿਰ ਮੰਗਿਆ ਕਿ ਨਿਰਮਾਣਤਾ, ਗਰੀਬੀ ਅਤੇ ਸੰਸਾਰ ਦੇ ਉद्धार ਦੇ ਵਾਸਤੇ ਮਹਾਰਾਜ ਨੇ ਜੋ ਵੀ ਉਦਮ ਕੀਤਾ, ਇਸ ਜਗਤ ਜਲੰਦੇ ਨੂੰ ਠਾਰਨ ਦੇ ਵਾਸਤੇ ਮਹਾਰਾਜ ਨੇ 4 ਉਦਾਸੀਆਂ ਕੀਤੀਆਂ। ਸੰਸਾਰ ਦੇ ਕੋਨੇ-ਕੋਨੇ ਤੱਕ ਮਹਾਰਾਜ ਆਪ ਗਏ ਨੇ। ਪਰ ਸਭ ਤੋਂ ਪਹਿਲਾਂ ਜੋ ਦਾਤ ਪ੍ਰਾਪਤ ਕੀਤੀ ਹੈ ਉਹ ਅਰਦਾਸ ਦੇ ਨਾਲ ਕੀਤੀ, ਬਖਸ਼ਿਸ਼ ਪ੍ਰਾਪਤ ਕੀਤੀ ਹੈ। ਤਾਂ ਹੀ ਸਤਿਗੁਰਾਂ ਨੇ ਸੰਸਾਰ ਨੂੰ ਉਦਾਹਰਨ ਦਾ ਜਿਹੜਾ ਬੀੜਾ ਸੀ ਉਹ ਚੁੱਕਿਆ ਹੈ। ਭਗਤ ਕਬੀਰ ਜੀ ਵੀ ਕਹਿੰਦੇ ਨੇ ਕਈ ਵਾਰੀ ਮਨੁੱਖ ਯਤਨ ਬਹੁਤ ਕਰਦਾ ਹੈ। ਇਉਂ ਸਮਝ ਲਓ, ਭਗਤ ਜੀ ਕਹਿੰਦੇ ਨੇ ਜਿਵੇਂ ਕਿ ਕੋਈ ਬੰਦਾ ਮਹਿੰਦੀ ਜਿਹੜੀ ਹੁੰਦੀ ਹੈ ਹੱਥਾਂ 'ਤੇ ਲਗਾਉਣ ਵਾਲੀ, ਮਹਿੰਦੀ ਬਣ ਜਾਏ, ਪੀਸ ਕੇ ਉਸ ਨੂੰ ਘੋਲ ਕੇ ਇਸ ਤਰ੍ਹਾਂ ਬਣਾ ਲਏ ਬਿਲਕੁਲ ਹੱਥਾਂ 'ਤੇ ਲਗਾਉਣ ਵਾਸਤੇ। ਪਰ ਕਹਿੰਦੇ ਨੇ ਜਿਹੜਾ ਕੰਤ ਪ੍ਰਭੂ ਹੈ, ਜਿਸ ਦੇ ਵਾਸਤੇ ਤਿਆਰ ਕੀਤੀ ਹੈ, ਉਹ ਆਏ ਹੀ ਨਾ, ਉਹ ਪ੍ਰਵਾਨ ਹੀ ਨਾ ਕਰੇ, ਫਿਰ ਮਨੁੱਖ ਦੀ ਕੀ ਹਾਲਤ ਹੁੰਦੀ ਹੈ। ਭਗਤ ਜੀ ਕਹਿੰਦੇ ਨੇ ਕਬੀਰ ਮਹਿੰਦੀ ਕਰਕੇ ਕਾਲਿਆ, ਆਪ ਪਿਸਾਏ ਤੈਸੇ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ। ਕਹਿੰਦੇ ਨੇ ਉਹ ਤੇ ਗੱਲ ਹੀ ਨਹੀਂ ਪੁੱਛਦਾ, ਲਗਾਈ ਨਹੀਂ ਕਦੇ ਉਸਨੇ ਮੇਰੀ ਬਣੀ ਹੋਈ ਮਹਿੰਦੀ ਜਿਹੜੀ ਹੈ। ਪਰ ਇੱਥੇ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਸਲੋਕ ਦੇ ਵਿੱਚ ਫਿਰ ਇਸ ਦਾ ਖੁਲਾਸਾ ਵੀ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਨਾਨਕ ਮਹਿੰਦੀ ਕਰਕੇ ਰੱਖਿਆ 100 ਨਦਰ ਕਰੇ, ਆਪੇ ਪੀਸੈ ਆਪੇ ਘਸੈ ਆਪੇ ਹੀ ਲਾਲੇ, ਇਹ ਪਿਰਮ ਪਿਆਲਾ ਖਸਮ ਕਾ ਜਿਸ ਭਾਵ ਹੈ ਤਿਸ ਦੇ। ਕਹਿੰਦੇ ਐਸੀ ਗੱਲ ਨਹੀਂ
ਇਹ ਤੇ ਜਿਹੜਾ ਉਸ ਦੇ ਨਾਮ ਦਾ ਪਿਆਲਾ ਹੈ, ਬਖਸ਼ਿਸ਼ ਦਾ ਪਿਆਲਾ ਹੈ, ਜੋ ਅੰਮ੍ਰਿਤ ਹੈ ਉਸ ਦਾ, ਇਹ ਤਾਂ ਜਦੋਂ ਉਸ ਦੀ ਰਜ਼ਾ ਹੁੰਦੀ ਹੈ ਪ੍ਰਾਪਤ ਹੋ ਜਾਂਦਾ ਹੈ। ਉਸ ਵੇਲੇ ਫਿਰ ਆਪ ਹੀ ਮਨੁੱਖ ਨੂੰ ਉਹ ਘਿਸਾਉਂਦਾ ਹੈ, ਆਪ ਹੀ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ, ਆਪਣੇ ਨਾਲ ਲਗਾ ਲੈਂਦਾ ਹੈ ਅਤੇ ਆਪਣੇ ਅੰਦਰ ਸਮਾ ਲੈਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਹੋਰ ਸ਼ਬਦ ਉਚਾਰਨ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਦਾ ਜ਼ਿਕਰ ਕੀਤਾ ਹੈ। ਕਿਉਂ ਜ਼ਰੂਰੀ ਹੈ ਬਖਸ਼ਿਸ਼, ਕਿਵੇਂ ਅਸੀਂ ਉਸ ਦੀਆਂ ਦਾਤਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਨੇ, ਜਾ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਬਨ ਆਏ। ਕਹਿੰਦੇ ਨੇ, ਇਹ ਅਕਾਲ ਪੁਰਖ, ਜਦੋਂ ਤੂੰ ਟੁੱਟਦਾ ਹੈ, ਜਦੋਂ ਤੂੰ ਪ੍ਰਸੰਨ ਹੋ ਜਾਂਦਾ ਹੈ, ਜਦੋਂ ਤੂੰ ਦਿਆਲਤਾ ਦੇ ਘਰ ਵਿੱਚ ਆਉਂਦਾ ਹੈ, ਫਿਰ ਅਚਨਚੇਤ ਹੀ ਤੂੰ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਫਿਰ ਕੋਈ ਕਾਲਨਾ ਦੀ ਵੀ ਲੋੜ ਨਹੀਂ ਹੁੰਦੀ। ਅੱਗੇ ਮਹਾਰਾਜ ਕਹਿੰਦੇ ਨੇ, ਜੇ ਤੂੰ ਤੁਸੈ ਮਿਹਰਬਾਨ ਨੌਨਿਤ ਕਰ ਮੈਂ ਪਾਏ। ਅਤੇ ਜੇ ਤੂੰ ਪ੍ਰਸੰਨ ਹੋ ਜਾਵੇਂ, ਟੁੱਟ ਪਾਵੇਂ, ਤੇ ਫਿਰ ਜਿਹੜੇ ਦੁਨੀਆ ਦੇ ਖਜ਼ਾਨੇ ਨੇ ਉਹ ਸਾਰੇ ਆਪ ਹੀ ਪ੍ਰਾਪਤ ਹੋ ਜਾਂਦੇ ਨੇ। ਜਾ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਏ। ਹੁਣ ਗੁਰੂ ਦਾ ਮੰਤਰ ਕਮਾਉਣਾ ਕੀ ਹੈ? ਨਾਮ ਜਪਣਾ ਹੈ, ਗੁਰਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ। ਪਰ ਮਹਾਰਾਜ ਕਹਿੰਦੇ ਨੇ, ਜਦੋਂ ਤੱਕ ਉਸ ਦੀ ਬਖਸ਼ਿਸ਼ ਨਹੀਂ ਹੋਏਗੀ, ਉਸ ਦੀ ਪ੍ਰਸੰਨਤਾ ਨਹੀਂ ਹੋਏਗੀ, ਇਹ ਵੀ ਅਸੀਂ ਨਹੀਂ ਕਰ ਸਕਦੇ। ਜਦੋਂ ਕਿਰਪਾ ਕਰਦਾ ਹੈ ਤਾਂ ਹੀ ਅਸੀਂ ਉਸ ਦਾ ਨਾਮ ਜਪ ਸਕਦੇ ਹਾਂ। ਜਾ ਤੂੰ ਤੁਸੈ ਮਿਹਰਬਾਨ ਤਾਂ ਨਾਨਕ ਸੱਚ ਸਮਾਏ। ਜਦੋਂ ਤੋਂ ਟੁੱਟ ਪੈਣਾ ਹੈ, ਪ੍ਰਸੰਨ ਹੁੰਦਾ ਹੈ, ਤੇ ਆਪਣੇ ਆਪ ਵਿੱਚ ਸਮਾ ਲੈਣਾ ਹੈ, ਕਿਉਂਕਿ ਹਰ ਮਨੁੱਖ ਦੀ ਮੰਜ਼ਿਲ ਹੀ ਉਸ ਵਿੱਚ ਸਮਾਣਾ ਹੈ। ਹਰ ਮਨੁੱਖ ਦਾ ਜਿਹੜਾ ਜੀਵਨ ਦਾ ਮਕਸਦ ਹੈ, ਜੋ ਜੀਵਨ ਦਾ ਨਿਸ਼ਾਨਾ ਹੈ, ਉਹ ਇਹ ਹੀ ਹੈ ਕਿ ਉਸ ਵਿੱਚ ਸਮਾਣਾ, ਇਕਮਿਕ ਹੋਣਾ ਹੈ। ਮਹਾਰਾਜ ਕਹਿੰਦੇ ਨੇ, ਇਹਦੇ ਵਾਸਤੇ ਕਰਨਾ ਕੀ ਚਾਹੀਦਾ ਹੈ? ਤੇ ਬਾਬਾ ਫਰੀਦ ਜੀ ਨੇ ਬੜਾ ਸੋਹਣਾ ਸਾਨੂੰ ਉਪਦੇਸ਼ ਦਿੱਤਾ ਹੈ। ਕਹਿੰਦੇ, ਪਹਿਲੇ ਪਹਿਰੈ ਫੁੱਲੜਾ ਫਲ ਵੀ ਪਿੱਛਾ ਰਾਤ, ਜੋ ਜਾਗਨ ਲਹਿਨ ਸੇ ਸਾਈ ਕੰਨੋ ਦਾਤ। ਕਹਿੰਦੇ ਨੇ, ਰਾਤ ਦਾ ਪਹਿਲਾ ਪੈਰ ਜਿਹੜਾ ਹੈ, ਜਦੋਂ ਅਸੀਂ ਸੌਣ ਲੱਗਦੇ ਹਾਂ, ਜੇ ਉਸ ਵੇਲੇ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਸ ਨੂੰ ਯਾਦ ਕਰਕੇ ਸੌਂਦੇ ਹਾਂ, ਤੇ ਸ਼ੇਖ ਫਰੀਦ ਜੀ ਕਹਿੰਦੇ ਨੇ ਕਿ ਫਿਰ ਜਿਹੜਾ ਆਖਰੀ ਪੈਰ ਹੈ ਰਾਤ ਦਾ, ਉਸ ਵੇਲੇ ਸਾਡੇ ਇਸ ਫੁੱਲ ਨੂੰ ਫਲ ਲੱਗਦੇ ਨੇ। ਰਾਤ ਨੂੰ ਨਾਮ ਜਪ ਕੇ ਸੋਣਾ, ਉਸ ਨੂੰ ਯਾਦ ਕਰਕੇ ਸੋਣਾ, ਇਉਂ ਸਮਝ ਲਓ ਅਸੀਂ ਫੁੱਲ ਤਿਆਰ ਕਰ ਰਹੇ ਹਾਂ। ਅਤੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਉਸ ਦੇ ਸਾਨੂੰ ਫਲ ਪ੍ਰਾਪਤ ਹੁੰਦੇ ਨੇ। ਅਸੀਂ ਅੰਮ੍ਰਿਤ ਵੇਲੇ ਉੱਠ ਸਕਦੇ ਹਾਂ, ਉਸ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਸਕਦੇ ਹਾਂ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਇੱਥੇ ਥੋੜ੍ਹਾ ਜਿਹਾ ਹੋਰ ਖੁਲਾਸਾ ਕੀਤਾ ਹੈ। ਕਹਿੰਦੇ ਨੇ, ਇਹ ਗੱਲ ਤਾਂ ਠੀਕ ਹੈ, ਪਰ ਜੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੋ ਜਾਏ, ਕਿਰਪਾ ਹੋ ਜਾਏ, ਕਿਸੇ 'ਤੇ ਉਹ ਟੁੱਟ ਪਵੇ, ਉਹ ਤਾਂ ਫਿਰ ਸੁੱਤਿਆਂ ਨੂੰ ਵੀ ਉਠਾਲ ਕੇ ਆਪਣੀ ਦਾਤ ਦੇ ਦਿੰਦਾ ਹੈ। ਮਹਾਰਾਜ ਨੇ ਕਿਹਾ, ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ, ਇੱਕ ਜਾਗਨ ਦੇ ਨਾਲ ਹੈ, ਇੱਕ ਨਾ ਸੁੱਤਿਆਂ ਦੇ ਉਠਾਲ। ਕਹਿੰਦੇ ਨੇ, ਉਸ ਦੀ ਇੱਛਾ ਹੈ, ਉਸ ਦੀ ਪ੍ਰਸੰਨਤਾ ਹੈ, ਜਿਸ 'ਤੇ ਉਹ ਪ੍ਰਸੰਨ ਹੋ ਜਾਏ ਤੇ ਸੁੱਤਿਆਂ ਨੂੰ ਵੀ ਉਠਾ ਕੇ ਦਾਤ ਦੇ ਦਿੰਦਾ ਹੈ। ਪਰ ਇਸ ਦਾ ਅਰਥ ਇਹ ਬਿਲਕੁਲ ਨਹੀਂ ਹੈ ਕਿ ਅਸੀਂ ਯਤਨ ਨਾ ਕਰੀਏ, ਅਸੀਂ ਕਾਲਨਾ ਨਾ ਕਾਲੀਏ। ਕਾਲਨਾ ਕਾਲਨੀ ਹੈ, ਯਤਨ ਕਰਨੀ ਹੈ, ਪਰ ਅਰਦਾਸ ਕਰਨੀ ਹੈ ਨਾਲ, ਤਾਂ ਕਿ ਅਸੀਂ ਉਸ ਦੇ ਕਿਰਪਾ ਦੇ ਪਾਤਰ ਬਣ ਸਕੀਏ। ਜਦੋਂ ਉਸ ਦੀ ਕਿਰਪਾ ਹੋਏਗੀ ਤਾਂ ਹੀ ਸਾਡੇ ਜੀਵਨ ਦੇ ਵਿੱਚ ਖੇੜਾ ਆਏਗਾ, ਤਾਂ ਹੀ ਅਸੀਂ ਉਸ ਅਕਾਲ ਪੁਰਖ ਨਾਲ ਮਿਲ ਸਕਦੇ ਹਾਂ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਦੇ ਵਿੱਚ ਇੱਕ ਪ੍ਰਸੰਗ ਹੈ। ਜਦੋਂ ਸਤਿਗੁਰੂ ਗੁਰਗੱਦੀ 'ਤੇ ਬੈਠੇ ਨੇ, ਖਡੂਰ ਸਾਹਿਬ ਆ ਗਏ ਨੇ, ਸਿੱਧਾਂ ਨੂੰ ਪਤਾ ਲੱਗਿਆ, ਜਿਹੜੇ ਸਿੱਧ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ 2-3 ਵਾਰ ਮਿਲ ਸਕੇ ਸਨ ਅਤੇ ਉਹਨਾਂ ਤੋਂ ਬੜੇ ਪ੍ਰਭਾਵਿਤ ਸਨ। ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਭਾਈ ਲਹਿਣਾ ਨੂੰ ਆਪਣੀ ਗੱਦੀ ਦੇ ਦਿੱਤੀ ਹੈ ਅਤੇ ਉਹਨੂੰ ਗੁਰੂ ਅੰਗਦ ਦੇਵ ਬਣ ਕੇ ਖਡੂਰ ਸਾਹਿਬ ਬਿਰਾਜਮਾਨ ਨੇ। ਸਿੱਧ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਪੁੱਜੇ ਨੇ
विद्वान सन, सियाणे सन, गुणी सन। उन्होंने आके सतगुਰਾਂ ਨੂੰ एक गल पूछी कि तुहाडे विच इहो जिहा किहड़ा गुण देखिया गुरु नानक देव महाराज ने जिन्हां ने कि आप तुहाडे चरनां ते मत्था टेक दिता, तुहानूं अपना रूप बना दिता। धन गुरु अंगद देव महाराज जी ने जवाब दिता, वो कहंदे ने एक बच्चा छोटा जिहा किचड़ विच डिग गया, सारा किचड़ विच लिबड़ गया। प्यो आंदा है, आके बच्चे नूं चुक लैंदा है, चुक के उसनूं इशनान करा के चंगे वस्त्र पा के अपने नाल अपने कोल मंजे ते बिठा लैंदा है। कहंदे ने उन्हें इहदे विच बच्चे दा की गुण होया? ये तो प्यो की दयालता है, उसकी कृपालता है। कालना तो बड़ी काली महाराज ने, हर हुक्म नूं सत वचन कह के मन्निया धन गुरु अंगद देव महाराज ने। भावें अद्धी रात नूं पैंदे मींह दे विच दीवार बनानी होवे, भावें कीकर तो मिठाइयां तोड़न की गल होवे, भावें मुर्दा खाण की गल होवे, सतगुरां ने अगों कदे भी सवाल नहीं किया। पुत्रा ने बेशक कह दिता कि वड्डी उम्र हो गई है, तुसीं इस तरह दीयां गल्लां करदे हो। कीकर नूं भी कदे मिठाइयां लगियां ने, अद्धी रात नूं कंध बनाउण दी की लोड़ है, कल दिन नहीं चढ़ेगा। पर धन गुरु अंगद देव महाराज जी ने सत बचन कह के सारे हुक्म मन्ने ने, पर उन्होंने इस गल का कोई जिक्र नहीं किया। कहंदे ने मेरे विच कोई गुण नहीं, ये तो उस गुरु की कृपालता है, उसकी प्रसन्नता है। टुट के उन्होंने मैनू अपने गल नाल लाया अते मैनू अपनी जगह दे दी। सो ये तो उस अकाल पुरख की दात है। महाराज कहते ने दात है दात रखी हथ अपने, जिस पावै तिस देई, नानक नाम रते सुख पाया, दरगह जापे सी। ये दात उस अकाल पुरख ने अपने हाथ में रखी हुई है, क्योंकि ताई सेवक जिहड़ा है अपने गुरु नूं, अपने मालिक नूं मनो मन के इज्जत करके अदब करके जदों उसकी सेवा करता है तो फिर मालिक जिहड़ा है उसनूं अपने विच लीन कर लैंदा है। अगले श्लोक विच महाराज बख्शिश कर रहे हैं, महला दूजा एक किनेही चाकरी, जित पाओ खसम न जाए, नानक सेवक काढ़िए, जैसे ती खसम समाए। कहते ने कोई नौकर होवे, सेवक होवे, लंबे समय तक अपने मालिक की चाकरी करता रहे, सेवा करता रहे, नौकरी करता रहे, रहिंदा उसदे कोल है, पर मन दे विच मालिक का डर बड़ा है। मालिक किधरे डांट ना दे, मालिक किधरे मैनू बाहर ना कढ़ देवे, मन दे विच भय है। महाराज कहते ने एक इहो जी चाकरी है, एक इहो जी सेवा है, इन्ना समा करदियां होया भी जे मन दे विचों मालिक दा भय नहीं गया। हुण देखो ये भय भी दो तरीके दा है। इत्थे जिस भय की गल सतगुरु कर रहे ने वो दुनियावी भय है, पर एक भय जिहड़ा अकाल पुरख दा भय है, जिसनूं निर्मल भौ आख्या जाता है, जिहड़ा अदब है। दुनियावी भय ते अदब जिहड़ा है, सत्कार जिहड़ा उहदे विच अंतर है। गुरु का अदब करना है, सत्कार करना है, ये गुरु का भौ है। अकाल पुरख का अदब रखना है, सत्कार करना है, उसका भय यह है कि उसनूं हर जगह जानना है, हर वेले अपने अंग संग समझना है, ये उसका भौ है। पर महाराज कहते हैं जे इहो जिहा सेवक दुनियावी भय तो डरदा रहे, मन दे विच अदब करके सेवा ना करे, तो फिर वो अपने मालिक की खुशी का पात्र नहीं बनता, उसकी प्रसन्नता का पात्र नहीं बनता। महाराज कहते हैं नानक सेवक काढ़िए, जे सेती खसम समाए। कहते हैं असल दे विच सेवक तो वो है जिहड़ा कि सेवा करके मालिक नूं प्रसन्न कर लवे अते फिर उस विच समा जावे, उसे दा रूप हो जावे। महाराज कहते हैं साहिब सेवक एक दिष्टाया,
ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਜਦੋਂ ਸਿੱਖ ਜਿਹੜਾ ਹੈ ਸੇਵਾ ਕਰਕੇ ਅਦਬ ਦੇ ਨਾਲ ਆਪਣੇ ਗੁਰੂ ਦੇ ਨੇੜੇ ਹੁੰਦਾ ਹੈ, ਫਿਰ ਗੁਰੂ ਜਿਹੜਾ ਹੈ ਉਸ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ, ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ। ਇਹੋ ਜਿਹੀ ਸੇਵਾ ਚਾਹੀਦੀ ਹੈ, ਇਹੋ ਜਿਹੀ ਚਾਕਰੀ ਚਾਹੀਦੀ ਹੈ। ਮਨ ਦੇ ਵਿੱਚ ਅਦਬ ਰੱਖ ਕੇ, ਭੈ ਰੱਖ ਕੇ, ਨਿਰਮਲ ਭਾਵ ਰੱਖ ਕੇ, ਪਰ ਐਵੇਂ ਨਾ ਡਰੇ ਜਾਈਏ ਕਿ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਏਗਾ। ਗੁਰੂ 'ਤੇ ਵਿਸ਼ਵਾਸ ਰੱਖੀਏ, ਅਰਦਾਸ ਕਰੀਏ। ਇੱਧਰ ਉੱਧਰ ਕਿਧਰੇ ਭਟਕਣ ਦੀ ਲੋੜ ਨਹੀਂ। ਜੋ ਕੁਝ ਵੀ ਮਿਲਣਾ ਹੈ ਇਸੇ ਦਰਬਾਰ ਤੋਂ ਮਿਲਣਾ ਹੈ, ਜੋ ਕੁਝ ਵੀ ਮਿਲਣਾ ਇੱਥੋਂ ਮਿਲਣਾ ਹੈ, ਕਿਉਂਕਿ ਮੇਰਾ ਸਤਿਗੁਰੂ ਜਿਹੜਾ ਹੈ ਸਮਰੱਥ ਹੈ। ਅੱਜ ਸਾਡੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਦੇ ਰੂਪ ਦੇ ਵਿੱਚ ਹਨ। ਬਾਣੀ ਸਾਡੀ ਗੁਰੂ ਹੈ ਅਤੇ ਮਹਾਰਾਜ ਨੇ ਕਹਿ ਦਿੱਤਾ ਕਿ ਬਾਣੀ ਤੇ ਨਿਰੰਕਾਰ ਦਾ ਰੂਪ ਹੈ। ਵਾਓ ਵਾਓ ਬਾਣੀ ਨਿਰੰਕਾਰ ਹੈ, ਤੇ ਨਿਰੰਕਾਰ ਤੇ ਸਾਡੇ ਕੋਲ ਪ੍ਰਤੱਖ ਹੈ। ਅਸੀਂ ਤੇ ਸਿਰਫ ਥੋੜ੍ਹਾ ਜਿਹਾ ਉਦਮ ਕਰਨਾ ਹੈ ਉਸ ਨਿਰੰਕਾਰ ਤੱਕ ਪੁੱਜਣ ਦੇ ਵਾਸਤੇ। ਦੁਨਿਆਵੀ ਚੀਜ਼ਾਂ ਤੋਂ ਡਰਨ ਦੀ ਲੋੜ ਨਹੀਂ। ਜਦੋਂ ਉਸ ਅਕਾਲ ਪੁਰਖ ਨਾਲ ਜੁੜਾਂਗੇ, ਬਾਣੀ ਦੇ ਨਾਲ ਜੁੜਾਂਗੇ, ਦੁਨੀਆ ਦਾ ਭੈ ਮੁੱਕ ਜਾਏਗਾ। ਨਿਰਭਉ ਜਪੈ ਸਗਲ ਭਉ ਮਿਟੈ। ਸਾਰੇ ਭੈ ਮਿਟ ਜਾਣਗੇ। ਸਾਡੇ ਨਾਲ ਕੁਝ ਬੁਰਾ ਨਾ ਹੋ ਜਾਏ, ਸਾਨੂੰ ਕੋਈ ਰੋਗ ਨਾ ਆ ਜਾਏ, ਸਾਡਾ ਜਿਹੜਾ ਧੰਦਾ ਹੈ ਕਿਧਰੇ ਚੌਪਟ ਨਾ ਹੋ ਜਾਏ, ਕਿਧਰੇ ਦੁਨੀਆ ਦੇ ਵਿੱਚ ਸਾਡੀ ਬੇਇੱਜ਼ਤੀ ਨਾ ਹੋ ਜਾਏ, ਅਪਮਾਨ ਨਾ ਹੋ ਜਾਏ। ਬਤੇਰੇ ਭੈ ਲੱਗੇ ਹੋਏ ਨੇ ਮਨੁੱਖ ਨੂੰ, ਪਰ ਮਹਾਰਾਜ ਕਹਿੰਦੇ ਨੇ ਇੱਕ ਵਾਰੀ ਉਸ ਅਕਾਲ ਪੁਰਖ ਦਾ ਭੈ ਮਨ ਵਿੱਚ ਰੱਖ ਕੇ ਉਸ ਦੇ ਨਾਲ ਜੁੜ ਕੇ ਵੇਖੋ, ਤੁਹਾਡੇ ਸਾਰੇ ਭੈ ਦੂਰ ਹੋ ਜਾਣਗੇ ਅਤੇ ਫਿਰ ਤੁਸੀਂ ਉਸ ਮੰਜ਼ਿਲ 'ਤੇ ਤੁਰ ਪਾਓਗੇ ਜਿਸ 'ਤੇ ਤੁਰ ਕੇ ਤੁਸੀਂ ਉਸ ਅਕਾਲ ਪੁਰਖ ਤੱਕ ਪੁੱਜ ਸਕਦੇ ਹੋ। ਅੱਗੇ ਪੌੜੀ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਨਾਨਕ ਅੰਤ ਨ ਜਾਪਨੀ ਹਰਤਾ ਕੇ ਪਾਰਾਵਾਰ। ਮਹਾਰਾਜ ਕਹਿੰਦੇ ਨੇ ਉਹ ਅਕਾਲ ਪੁਰਖ ਜਿਹੜਾ ਹੈ ਉਸ ਦਾ ਪਾਰਾਵਾਰ, ਪਾਰਾਵਾਰ ਦਾ ਅਰਥ ਹੈ ਆਰ ਤੇ ਪਾਰ, ਇੱਧਰ ਦਾ ਕਿਨਾਰਾ ਤੇ ਉੱਧਰ ਦਾ ਕਿਨਾਰਾ। ਕੋਈ ਜਾਣ ਹੀ ਨਹੀਂ ਸਕਦਾ, ਕੋਈ ਅੰਤ ਉਸ ਦਾ ਪਾ ਹੀ ਨਹੀਂ ਸਕਦਾ, ਕਿਉਂਕਿ ਉਹ ਅਪਰੰਪਾਰ ਹੈ। ਉਸ ਨੂੰ ਜਾਣਨ ਵਾਸਤੇ ਉਸ ਦੇ ਵਰਗਾ ਹੋਣਾ ਪੈਂਦਾ ਹੈ, ਉਸ ਦੇ ਜਿਤਨਾ ਵੱਡਾ ਹੋਣਾ ਪੈਂਦਾ। ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ। ਉਸ ਦੇ ਵਰਗਾ ਕੌਣ ਹੋਏਗਾ? ਜਿਹੜਾ ਉਸ ਵਿੱਚ ਲੀਨ ਹੋਏਗਾ, ਜਿਹੜਾ ਉਸ ਵਿੱਚ ਸਮਾ ਜਾਏਗਾ, ਉਹ ਉਸ ਦੇ ਵਰਗਾ ਹੋ ਜਾਏਗਾ। ਸੋ ਮਹਾਰਾਜ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਦਾ ਕੋਈ ਯਤਨ ਕਰੇ, ਅਸੀਂ ਉਸ ਦਾ ਅੰਤ ਪਾ ਲਈਏ, ਪਰ ਉਸ ਦਾ ਅੰਤ ਕੋਈ ਪਾ ਨਹੀਂ ਸਕਦਾ। ਮਹਾਰਾਜ ਅੱਗੇ ਬਖਸ਼ਿਸ਼ ਕਰ ਰਹੇ ਨੇ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਸਾਖਤੀ ਕਰਦੇ ਨੇ, ਸਾਖਤੀ ਕਹਿੰਦੇ ਨੇ ਪੈਦਾ ਕਰਨਾ, ਉਤਪੰਨ ਕਰਨਾ। ਉਸ ਅਕਾਲ ਪੁਰਖ ਨੇ ਆਪ ਹੀ ਸ੍ਰਿਸ਼ਟੀ ਸਾਜੀ ਹੈ, ਆਪ ਹੀ ਜੀਵ ਜੰਤੂ ਪੈਦਾ ਕੀਤੇ ਨੇ ਅਤੇ ਫਿਰ ਆਪ ਕਰਾਏ ਮਾਰ, ਆਪ ਹੀ ਮਾਰ ਦਿੰਦਾ ਹੈ, ਆਪ ਹੀ ਲੀਨ ਕਰ ਲੈਂਦਾ ਹੈ ਆਪਣੇ ਵਿੱਚ, ਆਪ ਹੀ ਸਾਰਾ ਕੁਝ ਸਮੇਟ ਲੈਂਦਾ ਹੈ ਪਸਾਰਾ। ਰੋਜ਼ ਪੜ੍ਹਦੇ ਹਾਂ ਆਪਾਂ ਚੌਪਈ ਸਾਹਿਬ ਵਿੱਚ, ਜਬ ਉਦ ਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ। ਜਦੋਂ ਮਨ ਵਿੱਚ ਫੁਰਨਾ ਉੱਠਦਾ ਹੈ ਸਾਰਾ ਕੁਝ ਬਣਾ ਦਿੰਦਾ ਹੈ, ਅਤੇ ਜਦੋਂ ਮਨ ਵਿੱਚ ਫੁਰਨਾ ਉੱਠਦਾ ਹੈ ਸਾਰਾ ਕੁਝ ਸਮੇਟ ਵੀ ਲੈਂਦਾ ਹੈ। ਜਬ ਆ ਕਰਤ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਦਰ ਸਭ ਹੂੰ। ਜਦੋਂ ਇਹ ਪਸਾਰਾ ਤੂੰ ਸਮੇਟਦਾ ਹੈ ਉਸ ਵੇਲੇ ਸਾਰਾ ਕੁਝ ਆਪਣੇ ਅੰਦਰ ਸਮਾ ਲੈਂਦਾ ਹੈ। ਫਿਰ ਸੁਨਮ ਸੁਨ ਹੋ ਕੇ ਬੈਠ ਜਾਂਦਾ ਹੈ, ਜਿਵੇਂ ਪਹਿਲਾਂ ਬੈਠਾ ਸੀ। ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ ਨਾ ਚੰਨਾ ਸੂਰਜ ਸੁਨ ਸਮਾਦ ਲਗਾਏਂਦਾ। ਫਿਰ ਤੂੰ ਸੁਨ ਸਮ ਅਵਸਥਾ ਵਿੱਚ ਚਲਾ ਜਾਂਦਾ ਹੈ। ਇਉਂ ਸਮਝ ਲਓ ਜਿਵੇਂ ਬਾਜੀਗਰ ਹੈ, ਇੱਕ ਕੱਲਾ ਜਾ ਰਿਹਾ ਹੈ, ਜਾਂਦਿਆਂ ਜਾਂਦਿਆਂ ਉਸਨੇ ਡੁਗਡੁਗੀ ਵਜਾਣੀ ਆਰੰਭ ਕੀਤੀ ਹੈ, ਖੇਲ ਰਚ ਦਿੱਤਾ ਹੈ। ਆਸ-ਪਾਸ ਦੇਖਣ ਵਾਲੇ ਆ ਗਏ ਨੇ, ਦੁਨੀਆ ਇਕੱਠੀ ਹੋ ਗਈ ਹੈ, ਆਪਣੀ ਬਾਜੀਗਰ ਦਾ ਖੇਲ ਦਿਖਾਉਂਦਾ ਹੈ। ਅਤੇ ਜਦੋਂ ਖੇਲ ਖਤਮ ਹੁੰਦਾ ਹੈ ਉਸ ਵੇਲੇ ਸਾਰਾ ਕੁਝ ਸਮੇਟ ਕੇ ਕੱਲਾ ਹੀ ਫਿਰ ਅੱਗੇ ਤੁਰ ਜਾਂਦਾ ਹੈ। ਮਹਾਰਾਜ ਕਹਿੰਦੇ ਨੇ, ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸੇ ਆਈ, ਬਾਜੀਗਰ ਸਵਾਂਗ ਸਵੇਲਾ ਆਪਣੇ ਰੰਗ ਰਹੇ ਅਕੇਲਾ। ਕਹਿੰਦੇ ਨੇ ਫਿਰ ਕੱਲੇ ਦਾ ਕੱਲਾ ਹੀ ਰਹਿ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਨੇ ਇਹ ਰਚਨਾ ਰਚੀ ਹੈ। ਜਦੋਂ ਫੁਰਨਾ ਆਉਂਦਾ ਹੈ ਰਚਨਾ ਰਚ ਦਿੰਦਾ ਹੈ।
ਜਦੋਂ ਫੁਰਨਾ ਆਉਂਦਾ ਹੈ ਉਸ ਨੂੰ ਸਮੇਟ ਲੈਂਦਾ ਹੈ। ਮਹਾਰਾਜ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਉਸ ਦੀ ਇਹ ਲੀਲਾ ਹੈ। ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੈ ਵਿਸਿਆਰ। ਕਈਆਂ ਦੇ ਗਲਿਆਂ ਦੇ ਵਿੱਚ ਤੇ ਉਹ ਜੰਜੀਰਾਂ ਪਾਉਂਦਾ ਹੈ। ਜੰਜੀਰਾਂ ਦਾ ਅਰਥ ਇੱਥੇ ਹੈ ਲੋਹੇ ਦੀਆਂ ਸੰਗਲਾਂ ਜਿਹੜੀਆਂ ਕਿ ਕੈਦੀ ਨੂੰ ਪਾਈਆਂ ਜਾਂਦੀਆਂ ਨੇ। ਕੋਈ ਭੁਲੇਖੇ ਨਾਲ ਸੋਨੇ ਦੀਆਂ ਜੰਜੀਰਾਂ ਦਾ ਅਰਥ ਨਾ ਲਾ ਲਵੇ। ਮਹਾਰਾਜ ਕਹਿੰਦੇ ਨੇ ਕਿ ਕਈਆਂ ਨੂੰ ਤੇ ਉਹ ਜੰਜੀਰਾਂ ਵਿੱਚ ਪਾ ਕੇ ਦੁੱਖ ਦਿੰਦਾ ਹੈ ਇੱਥੇ। ਅਤੇ ਇੱਕ ਤੁਰੀ ਚੜ੍ਹੈ ਵਿਸਿਆਰ, ਤੁਰੀ ਕਹਿੰਦੇ ਨੇ ਘੋੜੀ ਨੂੰ। ਬਹੁਤੇ ਇਹੋ ਜਿਹੇ ਨੇ ਜਿਹੜੇ ਘੋੜਿਆਂ 'ਤੇ ਤੁਰੇ ਫਿਰਦੇ ਨੇ, ਅਰਥਾਤ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਸਰ ਕਰ ਰਹੇ ਨੇ। ਕਿਤਨਿਆਂ ਨੂੰ ਦੁੱਖ ਮਿਲਦਾ ਹੈ, ਕਿਤਨਿਆਂ ਨੂੰ ਸੁੱਖ ਮਿਲਦਾ ਹੈ। ਕਿਹੋ ਜਿਹਾ ਤੇਰਾ ਪਸਾਰਾ ਹੈ ਅਕਾਲ ਪੁਰਖ। ਪਰ ਮਹਾਰਾਜ ਕਹਿੰਦੇ ਨੇ ਕੀ ਕਰੀਏ, ਆਪ ਕਰਾਏ ਕਰੇ ਆਪ ਹਉ ਕੈਸਿਓ ਕਰੀ ਪੁਕਾਰ। ਸਾਰਾ ਕੁਝ ਕਰਨ ਵਾਲਾ ਤੂੰ ਆਪ ਹੀ ਹੈ, ਹੋਰ ਕੋਈ ਦੂਜਾ ਨਹੀਂ ਹੈ। ਅਸੀਂ ਭੁਲੇਖੇ ਵਿੱਚ ਨਾ ਪਈਏ, ਕਿਸੇ ਹੋਰ ਦੇ ਮਗਰ ਨਾ ਲੱਗੀਏ। ਜਦੋਂ ਅਸੀਂ ਰਹਿਰਾਸ ਸਾਹਿਬ ਦੇ ਪਾਠ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਤੂੰ ਕਰਤਾ ਸੱਚਿਆਰ ਮੈਂਡਾ ਸਾਈਂ, ਇਸ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਉਹ ਅਕਾਲ ਪੁਰਖ ਜਿਹੜਾ ਹੈ ਸਾਰਾ ਕੁਝ ਉਹਦੇ ਕਰਨ ਨਾਲ ਹੀ ਹੋ ਰਿਹਾ ਹੈ। ਤੂੰ ਕਰਤਾ ਸੱਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ ਰਹੋ। ਸਭ ਤੇਰੀ ਤੂੰ ਸਭਨੇ ਦਿਹਾਇਆ, ਇਸ ਨੂੰ ਕਿਰਪਾ ਕਰੇ ਤੇ ਨਾਮ ਰਤਾਇਆ। ਗੁਰਮੁਖ ਲਾਦਾ ਮਨ ਨੂੰ ਗਵਾਇਆ, ਤੂੰ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਏ, ਤੁਧ ਬਿਨ ਦੂਜਾ ਕੋਈ ਨਾ ਹੈ। ਜੀ ਜਨ ਸਭ ਤੇਰਾ ਖੇਲ, ਵਿਜੋਗ ਮਿਣ ਵਿਛਲਿਆ ਸੰਜੋਗੀ ਮੇਲ। ਦੂਜੇ ਸ਼ਬਦ ਵਿੱਚ ਮਹਾਰਾਜ ਨੇ ਬਖਸ਼ਿਸ਼ ਕਰਤੀ ਹੈ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਔਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣਾ ਸੋਏ। ਇਸ ਸ਼ਬਦ ਵਿੱਚ ਮਹਾਰਾਜ ਨੇ ਅਖੀਰ ਦੇ ਵਿੱਚ ਕਿਹਾ ਹੈ ਆਪ ਹੀ ਕਰਨ ਵਾਲਾ ਹੈ ਤੂੰ ਸਭ ਕੁਝ, ਹੋਰ ਦੂਜਾ ਕੋਈ ਵੀ ਨਹੀਂ ਹੈ। ਇਸ ਕਰਕੇ ਸਾਨੂੰ ਕਿਧਰੇ ਹੋਰ ਭਟਕਣ ਦੀ ਲੋੜ ਨਹੀਂ ਹੈ। ਮਹਾਰਾਜ ਕਹਿੰਦੇ ਨੇ ਆਪ ਕਰਨ ਵਾਲਾ ਆਪ ਹੀ ਹੈ, ਹੋਰ ਕਿਸੇ ਅੱਗੇ ਜਾ ਕੇ ਅਸੀਂ ਜੋ ਤੂੰ ਕਰ ਰਿਹਾ ਹੈ ਉਸ ਦੇ ਵਾਸਤੇ ਪੁਕਾਰ ਵੀ ਨਹੀਂ ਕਰ ਸਕਦੇ। ਨਾਨਕ ਕਰਨਾ ਜਿਨ ਕੀਆ, ਫਿਰ ਤਿਸ ਹੀ ਕਰਨੀ ਸਾਰ। ਮਹਾਰਾਜ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਨੇ ਜੋ ਕੁਝ ਵੀ ਕੀਤਾ ਹੈ, ਜੋ ਕੁਝ ਵੀ ਉਹ ਕਰ ਰਿਹਾ ਹੈ, ਜੋ ਕੁਝ ਵੀ ਉਸਨੇ ਬਣਾਇਆ ਹੈ, ਉਸ ਦੀ ਦੇਖਭਾਲ ਵੀ ਉਹ ਆਪ ਹੀ ਕਰ ਰਿਹਾ ਹੈ, ਉਸ ਦੀ ਰੱਖਿਆ ਵੀ ਆਪ ਹੀ ਕਰ ਰਿਹਾ ਹੈ, ਆਪ ਹੀ ਸਾਰਿਆਂ ਨੂੰ ਰਿਜ਼ਕ ਪਹੁੰਚਾ ਰਿਹਾ ਹੈ। ਇਹ ਉਸ ਦੀ ਬਖਸ਼ਿਸ਼ ਹੈ, ਇਹ ਉਸ ਦੀ ਦਾਤ ਹੈ ਜੋ ਸੰਸਾਰ ਨੂੰ ਉਹ ਦੇ ਰਿਹਾ ਹੈ। ਸੋ ਸਤਿਗੁਰ ਨੇ ਬਖਸ਼ਿਸ਼ ਕਰਕੇ ਸਾਨੂੰ ਉਸ ਦੀ ਰਹਿਮਤ ਦੀ, ਉਸ ਦੀ ਬਖਸ਼ਿਸ਼ ਦੀ ਕੀ ਅਮੁੱਲੀ ਦਾਤ ਹੈ ਇਹ ਸਮਝਾਉਣ ਦਾ ਸਾਨੂੰ ਯਤਨ ਕੀਤਾ ਹੈ। ਅਸੀਂ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ। ਅਰਦਾਸ ਕਰਨੀ ਹੈ ਗੁਰੂ ਦੇ ਚਰਨਾਂ ਦੇ ਵਿੱਚ। ਸਾਡੀ ਮਿਹਨਤ ਦੇ ਨਾਲ, ਸਾਡੀ ਕਾਲਨਾ ਕਾਲਣ ਦੇ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ। ਯਤਨ ਕਰਨਾ ਹੈ, ਪਰ ਨਾਲ ਨਾਲ ਅਰਦਾਸ ਵੀ ਕਰਨੀ ਹੈ। ਅਰਦਾਸ ਕਰਾਂਗੇ, ਸਤਿਗੁਰ ਬਖਸ਼ਿਸ਼ ਕਰਨਗੇ, ਸਾਡੇ 'ਤੇ ਟੁੱਟਣਗੇ, ਟੁੱਟ ਕੇ ਸਾਨੂੰ ਸਾਰੀਆਂ ਦਾਤਾਂ ਪ੍ਰਾਪਤ ਹੋਣਗੀਆਂ। ਜਿੱਥੇ ਨਾਮ ਦੀ ਦਾਤ ਮਿਲੇਗੀ ਉੱਥੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਨਾਮ ਦੇ ਪਿੱਛੇ ਪਿੱਛੇ ਹੀ ਸਭ ਕੁਝ ਹੈ। ਮਨ ਦੇ ਵਿੱਚੋਂ ਭੁਲੇਖਾ ਕੱਢ ਦਿਓ ਕਿ ਕਿਧਰੋਂ ਹੋਰ ਤੋਂ ਕੁਝ ਪ੍ਰਾਪਤ ਹੋਏਗਾ। ਸਾਰਾ ਕੁਝ ਉਸ ਅਕਾਲ ਪੁਰਖ ਦੇ ਨਾਮ ਤੋਂ ਪ੍ਰਾਪਤ ਹੋਣਾ ਹੈ। ਜਿਸ ਦਿਨ ਉਸ ਦਾ ਨਾਮ ਸਾਡੇ ਮਨ ਵਿੱਚ ਵਸ ਗਿਆ, ਰਿੱਧ ਸਿੱਧ ਨਾਮੈ ਕੀ ਦਾਸੀ। ਮਹਾਰਾਜ ਕਹਿੰਦੇ ਨੇ ਸਾਰੀਆਂ ਰਿੱਧੀਆਂ ਸਿੱਧੀਆਂ ਨੌ-ਨਿਧ ਖਜ਼ਾਨੇ ਜਿਹੜੇ ਨੇ ਉਹ ਸਾਡੇ ਕੋਲ ਆਪ ਹੀ ਤੁਰ ਕੇ ਆ ਜਾਂਦੇ ਨੇ। ਸੋ ਸਤਿਗੁਰ ਬਖਸ਼ਿਸ਼ ਕਰਨ, ਕਿਰਪਾ ਕਰਨ। ਗੁਰਬਾਣੀ ਦਾ ਇਹ ਜਿਹੜਾ ਉਪਦੇਸ਼ ਹੈ ਇਹ ਸਾਡੇ ਹਿਰਦਿਆਂ ਵਿੱਚ ਵਸ ਜਾਏ। ਅਸੀਂ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਆਪਣੇ ਜੀਵਨ ਵਿੱਚ ਢਾਲੀਏ, ਆਪਣੇ ਜੀਵਨ ਨੂੰ ਨਿਰਮਲ ਕਰਨ ਦਾ ਯਤਨ ਕਰੀਏ, ਸਤਸੰਗਤ ਵਿੱਚ ਆਈਏ। ਇਹ ਉਪਰਾਲਾ ਤਾਂ ਹੀ ਹੋ ਸਕਦਾ ਹੈ ਜੇ ਸਤਸੰਗਤ ਵਿੱਚ ਆਵਾਂਗੇ, ਸਤਸੰਗਤ ਵਿੱਚ ਆ ਕੇ ਗੁਰੂ ਦਾ ਉਪਦੇਸ਼ ਸਰਵਣ ਕਰਾਂਗੇ। ਸੰਗਤ ਵਿੱਚ ਆਉਣ ਦੇ ਨਾਲ ਸਾਡੇ ਜਿਹੜੇ ਵਿਚਾਰ ਨੇ, ਸਾਡੇ ਜਿਹੜੇ ਫੁਰਨੇ ਨੇ ਉਹ ਕਾਬੂ 'ਚ ਆਉਂਦੇ ਨੇ। ਮਨ ਜਿਹੜਾ ਹੈ ਬੜਾ ਚੰਚਲ ਹੈ, ਮਨ ਨੂੰ ਕਾਬੂ ਵਿੱਚ ਲਿਆਉਣ ਦੇ ਵਾਸਤੇ ਬੜਾ ਯਤਨ ਕਰਨਾ ਪੈਂਦਾ ਹੈ। ਮਹਾਰਾਜ ਕਹਿੰਦੇ ਨੇ ਮਨ ਵਸਿਆ ਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਜਦੋਂ ਕਿਰਪਾ ਹੋ ਜਾਏਗੀ ਉਸ ਦੀ, ਇਹ ਮਨ ਸਾਡੇ ਕਾਬੂ ਵਿੱਚ ਆ ਜਾਏਗਾ। ਅਸੀਂ ਗੁਰੂ ਦੇ ਹੁਕਮ ਨੂੰ ਆਪਣੇ ਸਿਰ ਮੱਥੇ 'ਤੇ ਕਰਕੇ ਮੰਨਾਂਗੇ ਅਤੇ ਜੋ ਸਾਡੀ ਮੰਜ਼ਿਲ ਹੈ ਉਸ ਮੰਜ਼ਿਲ ਨੂੰ ਅਸੀਂ ਪਛਾਣਾਂਗੇ। ਮੰਜ਼ਿਲ 'ਤੇ ਤੁਰਨ ਵਾਸਤੇ
ਗੁਰੂ ਦੀ ਓਟ ਆਸਰਾ ਲੈ ਕੇ ਅਸੀਂ ਸਤਿਗੁਰ ਦੇ ਦਰਬਾਰ ਵਿੱਚ ਆ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅਗਲੇ ਹਫਤੇ ਆਖਰੀ ਪੌੜੀ ਅਤੇ ਆਸਾ ਕੀ ਵਾਰ ਦਾ ਜਿਹੜਾ ਅੰਤਿਮ ਸ਼ਲੋਕ ਨੇ ਉਹਨਾਂ ਦੀ ਸੰਪੂਰਨਤਾ ਹੋਣੀ ਹੈ। ਇਹ ਲੜੀ ਜਿਹੜੀ ਪਿਛਲੇ 1.5 ਸਾਲ ਤੋਂ ਚੱਲ ਰਹੀ ਹੈ, ਸਤਿਗੁਰ ਦੀ ਬਖਸ਼ਿਸ਼ ਦੇ ਨਾਲ, ਕਿਰਪਾ ਦੇ ਨਾਲ ਮਹਾਰਾਜ ਆਪ ਸੰਪੂਰਨ ਕਰਾਉਣਗੇ। ਆਪ ਦੀ ਸੇਵਾ ਵਿੱਚ ਬੇਨਤੀ ਹੈ, ਵੱਧ ਤੋਂ ਵੱਧ ਗਿਣਤੀ ਵਿੱਚ ਆ ਕੇ ਸਤਿਗੁਰ ਦੀ ਖੁਸ਼ੀਆਂ ਦੇ ਪਾਤਰ ਬਣੋ ਜੀ। ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।